इस वीडियो राਹੀਂ ਅਸੀਂ ਪਾਠ ਨੰਬਰ 11 ਕੇਂਦਰੀ ਸਰਕਾਰ ਸੈਂਟਰਲ ਗਵਰਨਮੈਂਟ ਬਾਰੇ ਕਰਾਂਗੇ। ਭਾਰਤੀ ਸੰਸਦ ਦੇ ਦੋ ਸਦਨ ਹਨ, ਲੋਕ ਸਭਾ ਅਤੇ ਰਾਜ ਸਭਾ। ਭਾਰਤੀ ਸੰਸਦ ਦੇ ਦੋ ਸਦਨ ਨੇ, ਲੋਕ ਸਭਾ ਅਤੇ ਰਾਜ ਸਭਾ। ਲੋਕ ਸਭਾ ਨੂੰ ਹੇਠਲਾ ਅਤੇ ਰਾਜ ਸਭਾ ਨੂੰ ਉੱਪਰਲਾ ਸਦਨ ਕਿਹਾ ਜਾਂਦਾ ਹੈ। ਲੋਕ ਸਭਾ ਦੇ ਮੈਂਬਰ ਬਣਨ ਲਈ ਹੇਠ ਲਿਖੀਆਂ ਸ਼ਰਤਾਂ ਪੂਰੀਆਂ ਕਰਨੀਆਂ ਜ਼ਰੂਰੀ ਹਨ। ਉਹ ਭਾਰਤ ਦਾ ਨਾਗਰਿਕ ਹੋਵੇ। ਜਿਸ ਮੈਂਬਰ ਨੇ ਲੋਕ ਸਭਾ ਦੀ ਚੋਣ ਲੜਨੀ ਹੈ, ਭਾਵ ਲੋਕ ਸਭਾ ਦੀ ਚੋਣ ਵਿੱਚ ਉਤਰਨਾ ਹੈ, ਉਸ ਦੇ ਲਈ ਇਹ ਸ਼ਰਤਾਂ ਹਨ। ਉਹ ਭਾਰਤ ਦਾ ਨਾਗਰਿਕ ਹੋਵੇ, 25 ਸਾਲ ਜਾਂ ਇਸ ਤੋਂ ਵੱਧ ਉਸ ਦੀ ਉਮਰ ਹੋਵੇ। ਤਾਂ ਭਾਵ ਲੋਕ ਸਭਾ ਦਾ ਮੈਂਬਰ ਬਣਨ ਲਈ ਘੱਟੋ ਘੱਟ ਉਮਰ 25 ਸਾਲ ਦੀ ਹੋਣੀ ਚਾਹੀਦੀ ਹੈ। ਵੱਧ ਉਮਰ ਦੀ ਕੋਈ ਸੀਮਾ ਨਹੀਂ ਕੀਤੀ, ਏਜ ਲਿਮਿਟ ਨਹੀਂ, ਘੱਟੋ ਘੱਟ 25 ਸਾਲ। ਸਰਕਾਰੀ ਅਹੁਦੇ 'ਤੇ ਨਾ ਲੱਗਾ ਹੋਵੇ, ਭਾਵ ਉਹ ਕੋਈ ਸਰਕਾਰੀ ਨੌਕਰੀ ਨਾ ਕਰਦਾ ਹੋਵੇ, ਕੇਂਦਰ ਸਰਕਾਰ ਅਧੀਨ ਜਾਂ ਕਿਸੇ ਰਾਜ ਸਰਕਾਰ ਅਧੀਨ। ਨਾਗਰਿਕਤਾ ਤੋਂ ਵਾਂਝਾ ਨਾ ਕੀਤਾ ਗਿਆ ਹੋਵੇ, ਭਾਵ ਉਸ ਨੂੰ ਦੇਸ਼ ਨਿਕਾਲਾ ਨਾ ਦਿੱਤਾ ਗਿਆ ਹੋਵੇ। ਦੇਸ਼ ਧਰੋਹ, ਦੇਸ਼ ਨਿਕਾਲਾ, ਭਾਵ ਉਹ ਭਾਰਤ ਦਾ ਨਾਗਰਿਕ ਹੋਵੇ। ਲੋਕ ਸਭਾ ਦੇ ਵੱਧ ਤੋਂ ਵੱਧ 50 ਮੈਂਬਰ ਹੋ ਸਕਦੇ ਸਨ। ਜਦੋਂ ਸਾਡਾ ਸੰਵਿਧਾਨ ਲਾਗੂ ਹੋਇਆ ਤਾਂ ਉਦੋਂ ਇਹ ਕਿਹਾ ਗਿਆ ਕਿ ਲੋਕ ਸਭਾ ਦੇ ਵੱਧ ਤੋਂ ਵੱਧ 550 ਮੈਂਬਰ ਹੋ ਸਕਦੇ ਸਨ। ਪਰੰਤੂ 1973 ਵਿੱਚ 31ਵੇਂ ਸੰਵਿਧਾਨ ਸੋਧ ਦੁਆਰਾ ਇਹਨਾਂ ਦੀ ਸੰਖਿਆ 545 ਕਰ ਦਿੱਤੀ ਗਈ ਹੈ। ਵਰਤਮਾਨ ਸਮੇਂ ਕਿੰਨੀ ਗਿਣਤੀ ਹੈ ਵੱਧ ਤੋਂ ਵੱਧ ਮੈਂਬਰ? 545। ਪਹਿਲਾਂ 550 ਸੀ, ਪਰ 31ਵੀਂ 31 ਅਮੈਂਡਮੈਂਟ, ਕੌਂਸਟੀਟਿਊਸ਼ਨਲ ਅਮੈਂਡਮੈਂਟ 1973 ਚੋਣਾਂ ਤੋਂ ਬਾਅਦ ਨਵੀਂ ਲੋਕ ਸਭਾ ਆਪਣੇ ਹੀ ਮੈਂਬਰਾਂ ਵਿੱਚੋਂ ਸਪੀਕਰ ਅਤੇ ਡਿਪਟੀ ਸਪੀਕਰ ਦੀ ਚੋਣ ਕਰਦੀ ਹੈ। ਭਾਵ ਜੋ ਸਪੀਕਰ ਅਤੇ ਡਿਪਟੀ ਸਪੀਕਰ ਹੈ ਉਹਦਾ ਵੀ ਅਹੁਦਾ ਵੱਖਰਾ ਨਹੀਂ। ਚੋਣਾਂ ਤੋਂ ਬਾਅਦ ਜਿਸ ਦਲ ਨੂੰ ਲੋਕ ਸਭਾ ਵਿੱਚ ਬਹੁਮਤ ਪ੍ਰਾਪਤ ਹੋ ਜਾਂਦਾ, ਉਸ ਦਲ ਦੇ ਸਪੀਕਰ ਅਤੇ ਡਿਪਟੀ ਸਪੀਕਰ ਚੁਣੇ ਜਾਂਦੇ ਹਨ। ਸਪੀਕਰ ਲੋਕ ਸਭਾ ਦੀਆਂ ਬੈਠਕਾਂ ਦੀ ਪ੍ਰਧਾਨਗੀ ਕਰਦਾ ਹੈ ਅਤੇ ਇਸ ਸਦਨ ਦੀ ਕਾਰਵਾਈ ਦਾ ਸੰਚਾਲਨ ਕਰਦਾ ਹੈ। ਜੋ ਸਪੀਕਰ ਹੁੰਦਾ ਹੈ ਉਹ ਲੋਕ ਸਭਾ ਦੀ ਬੈਠਕ ਹੁੰਦੀ ਹੈ ਉਸ ਦੀ ਪ੍ਰਧਾਨਗੀ ਕਰਦਾ ਹੈ। ਕਿਹੜਾ ਮੈਂਬਰ ਕਦੋਂ ਬੋਲੇਗਾ, ਕਿਹੜਾ ਬਿੱਲ ਕਦੋਂ ਪਾਸ ਹੋਵੇਗਾ, ਭਾਵ ਕਿਹੜਾ ਬਿੱਲ ਕਦੋਂ ਪੇਸ਼ ਕੀਤਾ ਜਾਵੇਗਾ ਅਤੇ ਕਿਹੜੇ ਮੈਂਬਰ ਦੇ ਲਈ ਕੀ ਬੋਲਣ ਦਾ, ਸਾਰਾ ਕੁਝ ਇਹ ਤੈਅ ਸਪੀਕਰ ਕਰਦਾ ਹੈ। ਸਪੀਕਰ ਦਾ ਕੋਈ ਵੱਖਰਾ ਅਹੁਦਾ ਨਹੀਂ, ਉਹ ਲੋਕ ਸਭਾ ਦੇ ਮੈਂਬਰਾਂ ਵਿੱਚੋਂ ਹੀ ਹੁੰਦਾ। ਜਿਸ ਦਲ ਨੂੰ ਬਹੁਮਤ ਪ੍ਰਾਪਤ ਹੁੰਦਾ, ਲਗਭਗ ਉਸ ਦਲ ਦਾ ਹੀ ਵਿਅਕਤੀ, ਉਸ ਦਲ ਦਾ ਹੀ ਸਪੀਕਰ ਬਣਦਾ ਹੈ। ਉਹ ਸਦਨ ਦੀ ਕਾਰਵਾਈ ਨੂੰ ਚਲਾਉਂਦਾ ਹੈ। ਅੱਗੇ ਪਿੱਛੇ ਸਦਨ ਦੀ ਕਾਰਵਾਈ ਨੂੰ ਪਹਿਲਾਂ ਖਤਮ ਕਰਨਾ, ਪਹਿਲਾਂ ਉਹ ਕਰਨਾ, ਸਾਰਾ ਕੁਛ ਸਪੀਕਰ ਦੇ ਹੱਥ ਹੈ। ਸਾਰੇ ਮੈਂਬਰ ਸਪੀਕਰ ਦੇ ਆਦੇਸ਼ਾਂ ਦੀ ਪਾਲਣਾ ਕਰਦੇ ਹਨ, ਭਾਵ ਸਾਰਿਆਂ ਨੂੰ ਉਸ ਦੀ ਗੱਲ ਮੰਨਣੀ ਪੈਂਦੀ ਹੈ। ਜੇਕਰ ਉਹ ਗੱਲ ਨਹੀਂ ਮੰਨਦੇ ਤਾਂ ਉਹਨਾਂ ਨੂੰ ਸਦਨ ਤੋਂ ਬਾਹਰ ਜਾਣ ਦੇ ਲਈ ਵੀ ਕਹਿ ਸਕਦਾ। ਇਹ ਹੈ ਲੋਕ ਸਭਾ। ਲੋਕ ਸਭਾ ਸਦਨ ਦਾ ਹੇਠਲਾ, ਭਾਵ ਲੋਕ ਸਭਾ ਲੋਕਾਂ ਦੀ ਸਭਾ, ਲੋਕਾਂ ਦੁਆਰਾ ਪ੍ਰਤੀਨਿਧ ਚੁਣੇ ਜਾਂਦੇ ਹਨ। ਜਦੋਂ ਅਸੀਂ ਕਹਿੰਦੇ ਹਾਂ ਕਿ MP ਦੀਆਂ ਵੋਟਾਂ ਪੈ ਰਹੀਆਂ ਨੇ ਤਾਂ ਭਾਵ ਲੋਕ ਸਭਾ ਦੀਆਂ ਵੋਟਾਂ ਪੈ ਰਹੀਆਂ ਹਨ, ਜੋ ਸਾਡੇ ਇਸ ਵਾਰ ਮਈ 2019 ਵਿੱਚ ਪਈਆਂ ਸਨ। ਰਾਜ ਸਭਾ। ਰਾਜ ਸਭਾ ਸੰਸਦ ਦਾ ਉੱਪਰਲਾ ਜਾਂ ਦੂਜਾ ਸਦਨ ਹੈ। ਲੋਕ ਸਭਾ ਪਹਿਲਾ, ਰਾਜ ਸਭਾ ਦੂਜਾ। ਰਾਜ ਸਭਾ ਦੇ ਵੱਧ ਤੋਂ ਵੱਧ 250 250 ਮੈਂਬਰ ਹੋ ਸਕਦੇ ਹਨ। 12 ਮੈਂਬਰ ਰਾਸ਼ਟਰਪਤੀ ਦੁਆਰਾ ਨਾਮਜ਼ਦ ਕੀਤੇ ਜਾਂਦੇ ਹਨ, ਜਿਨ੍ਹਾਂ ਨੇ ਸਾਹਿਤ, ਲਿਟਰੇਚਰ, ਕਲਾ, ਆਰਟ, ਸਮਾਜ ਸੇਵਾ, ਸੋਸ਼ਲ ਸਰਵਿਸ, ਜਿਨ੍ਹਾਂ ਨੇ ਸਾਹਿਤ, ਕਲਾ ਜਾਂ ਸਮਾਜ ਸੇਵਾ ਦੇ ਖੇਤਰ ਵਿੱਚ ਪ੍ਰਸਿੱਧੀ ਪ੍ਰਾਪਤ ਕੀਤੀ ਹੋਵੇ। ਉਸਨੇ ਕੋਈ ਲਿਟਰੇਚਰ ਦੇ ਕੰਮ 'ਚ ਵਧੀਆ ਕੰਮ ਕੀਤਾ, ਲਿਟਰੇਚਰ, ਸਾਹਿਤ 'ਚ, ਕੋਈ ਆਰਟ, ਕਲਾ, ਜਿਵੇਂ ਕ੍ਰਿਕਟ ਵੀ ਕਲਾ ਗਈ ਇੱਕ। ਸਚਿਨ ਤੇਂਦੁਲਕਰ ਰਾਜ ਸਭਾ ਦਾ ਮੈਂਬਰ ਰਿਹਾ। ਇਸ ਦੇ 1/3 ਮੈਂਬਰ ਹਰ 2 ਸਾਲ ਬਾਅਦ ਰਿਟਾਇਰ ਹੋ ਜਾਂਦੇ ਨੇ। ਲੋਕ ਸਭਾ ਦਾ ਕਾਰਜਕਾਲ 5 ਸਾਲ ਹੁੰਦਾ ਅਤੇ ਰਾਜ ਸਭਾ ਦਾ 6 ਸਾਲ। ਰਾਜ ਸਭਾ ਇੱਕ ਸਥਾਈ ਸਦਨ ਹੈ, ਲੋਕ ਸਭਾ ਅਸਥਾਈ, ਭਾਵ ਲੋਕ ਸਭਾ ਭੰਗ ਹੋ ਸਕਦੀ ਹੈ ਪਰ ਰਾਜ ਸਭਾ ਕਦੇ ਵੀ ਭੰਗ ਨਹੀਂ ਹੁੰਦੀ। ਰਾਜ ਸਭਾ ਦੇ 1/3 ਭਾਵ 1/3 ਮੈਂਬਰ ਹਰੇਕ 2 ਸਾਲਾਂ ਬਾਅਦ ਰਿਟਾਇਰ ਹੋ ਜਾਂਦੇ ਨੇ ਅਤੇ ਉਹਨਾਂ ਦੀ ਥਾਂ 'ਤੇ ਰਾਜ ਵਿਧਾਨ ਸਭਾਵਾਂ ਦੇ ਮੈਂਬਰ ਆਪਣੇ ਰਾਜ ਵਿੱਚੋਂ ਮੈਂਬਰ ਚੁਣ ਕੇ ਭੇਜਦੇ ਨੇ, ਭਾਵ ਰਾਜ ਸਭਾ ਦੇ ਮੈਂਬਰਾਂ ਦੀ ਚੋਣ ਅਪ੍ਰਤੱਖ ਹੁੰਦੀ ਹੈ। ਜਿਵੇਂ ਪੰਜਾਬ ਦੇ ਵਿੱਚੋਂ ਰਾਜ ਸਭਾ ਦੇ 7 ਮੈਂਬਰ ਚੁਣੇ ਜਾਂਦੇ ਹਨ,
ਜਿਨ੍ਹਾਂ ਨੂੰ ਚੁਣਨ ਦਾ ਤਰੀਕਾ ਅਪ੍ਰਤੱਖ ਹੈ। ਇਸੇ ਪ੍ਰਕਾਰ ਰਾਜ ਸਭਾ ਦੇ ਮੈਂਬਰਾਂ ਦਾ ਕਾਰਜਕਾਲ 6 ਸਾਲ ਹੁੰਦਾ ਹੈ। ਉਪ ਰਾਸ਼ਟਰਪਤੀ ਆਪਣੀ ਪਦਵੀ ਵੱਲੋਂ ਇਸ ਦਾ ਪ੍ਰਧਾਨ ਹੁੰਦਾ ਹੈ। ਜਿਸ ਤਰ੍ਹਾਂ ਲੋਕ ਸਭਾ ਦਾ ਪ੍ਰਧਾਨ ਸਪੀਕਰ ਹੁੰਦਾ ਹੈ, ਪਰ ਰਾਜ ਸਭਾ ਦਾ ਪ੍ਰਧਾਨ ਜੋ ਭਾਰਤ ਦਾ ਉਪ ਰਾਸ਼ਟਰਪਤੀ ਹੋਵੇਗਾ ਉਹ ਰਾਜ ਸਭਾ ਦਾ ਚੇਅਰਮੈਨ ਜਾਂ ਪ੍ਰਧਾਨ ਕਹਿ ਲਓ ਹੋਵੇਗਾ। ਇਹ ਚੇਅਰਮੈਨ ਰਾਜ ਸਭਾ ਦੀ ਕਾਰਵਾਈ ਦਾ ਸੰਚਾਲਨ ਕਰਦਾ ਹੈ। ਜਿਸ ਤਰ੍ਹਾਂ ਲੋਕ ਸਭਾ ਦੀ ਕਾਰਵਾਈ ਦਾ ਸੰਚਾਲਨ ਸਪੀਕਰ ਕਰਦਾ ਹੈ, ਉਸੇ ਤਰ੍ਹਾਂ ਰਾਜ ਸਭਾ ਦੀ ਕਾਰਵਾਈ ਦਾ ਸੰਚਾਲਨ ਭਾਰਤ ਦਾ ਉਪ ਰਾਸ਼ਟਰਪਤੀ, ਜਿਸ ਨੂੰ ਰਾਜ ਸਭਾ ਦਾ ਚੇਅਰਮੈਨ ਜਾਂ ਪ੍ਰਧਾਨ ਕਿਹਾ ਜਾਂਦਾ ਹੈ। ਸੰਵਿਧਾਨ ਅਨੁਸਾਰ ਰਾਸ਼ਟਰਪਤੀ ਨੂੰ ਹਰੇਕ ਸਾਲ ਬਜਟ ਨੂੰ ਤਿਆਰ ਕਰਾਉਣ ਅਤੇ ਸੰਸਦ ਦੇ ਦੋਹਾਂ ਸਦਨਾਂ ਸਾਹਮਣੇ ਪੇਸ਼ ਕਰਾਉਣਾ ਜ਼ਰੂਰੀ ਹੈ। ਬਜਟ ਆਮ ਤੌਰ 'ਤੇ ਵਿੱਤ ਮੰਤਰੀ ਫਾਈਨੈਂਸ਼ੀਅਲ ਮਿਨਿਸਟਰ ਵੱਲੋਂ ਫਰਵਰੀ ਦੇ ਅਖੀਰਲੇ ਹਫ਼ਤੇ ਪੇਸ਼ ਕੀਤਾ ਜਾਂਦਾ ਹੈ। ਜੋ ਸਾਡਾ ਬਜਟ ਹੁੰਦਾ ਹੈ 31 ਅਕਤੂਬਰ ਤੋਂ ਲੈ ਕੇ 31 ਤੋਂ 31 ਭਾਵ 1 ਅਪ੍ਰੈਲ ਨੂੰ ਸਾਡਾ ਨਵਾਂ ਵਿੱਤੀ ਸਾਲ ਸ਼ੁਰੂ ਹੁੰਦਾ ਹੈ। ਤਾਂ ਜੋ ਬਜਟ ਹੁੰਦਾ ਹੈ ਇਸ ਨੂੰ ਸੰਸਦ ਦੇ ਦੋਹਾਂ ਸਦਨਾਂ ਵਿੱਚ ਪੇਸ਼ ਕਰਾਉਣ ਦੀ ਜੋ ਜ਼ਿੰਮੇਵਾਰੀ ਹੈ ਉਹ ਰਾਸ਼ਟਰਪਤੀ ਦੀ ਹੈ। ਰਾਸ਼ਟਰਪਤੀ ਪੇਸ਼ ਕਰਾਉਂਦਾ ਹੈ ਅਤੇ ਵਿੱਤ ਮੰਤਰੀ ਆਮ ਤੌਰ 'ਤੇ ਬਿੱਲ ਪੇਸ਼ ਕਰਦਾ ਅਤੇ ਫਰਵਰੀ ਦੇ ਆਖਰੀ ਹਫ਼ਤੇ ਉਹ ਬਿੱਲ ਨੂੰ ਬਜਟ ਨੂੰ ਪੇਸ਼ ਕਰਦਾ ਹੈ। ਬਜਟ ਪੇਸ਼ ਹੋਣ ਤੋਂ 3 ਦਿਨਾਂ ਮਗਰੋਂ ਬਜਟ ਉੱਤੇ ਦੋਹਾਂ ਸਦਨਾਂ ਵਿੱਚ ਆਮ ਬਹਿਸ ਹੁੰਦੀ ਹੈ। ਭਾਵ ਜਿਸ ਦਿਨ ਬਜਟ ਪੇਸ਼ ਕਰਤਾ ਅਤੇ ਉਸ ਦੇ 3 ਦਿਨਾਂ ਤੱਕ ਸਾਰੇ ਮੰਤਰੀਆਂ ਨੂੰ ਉਹਨਾਂ ਨੂੰ ਪੜ੍ਹਨ ਦਾ ਮੌਕਾ ਦਿੱਤਾ ਜਾਂਦਾ ਅਤੇ 3 ਦਿਨਾਂ ਬਾਅਦ ਬਜਟ ਉੱਤੇ ਆਮ ਬਹਿਸ ਹੁੰਦੀ ਹੈ। ਲੋਕ ਸਭਾ ਤੋਂ ਪਾਸ ਹੋਣ ਉਪਰੰਤ ਬਿੱਲ ਰਾਜ ਸਭਾ ਕੋਲ ਸਿਫਾਰਸ਼ ਕਰਨ ਲਈ ਭੇਜ ਦਿੱਤਾ ਜਾਂਦਾ ਹੈ। ਰਾਜ ਸਭਾ 14 ਦਿਨ ਦੇ ਅੰਦਰ ਹੀ ਆਪਣੀਆਂ ਸਿਫਾਰਸ਼ਾਂ ਸਹਿਤ ਬਿੱਲ ਨੂੰ ਵਾਪਸ ਭੇਜਣਾ ਹੁੰਦਾ ਹੈ। ਭਾਵ ਰਾਜ ਸਭਾ ਜੋ ਵਿੱਤੀ ਬਿੱਲ ਹੈ, ਜੋ ਬਜਟ ਹੈ, ਉਸ ਨੂੰ ਆਪਣੇ ਕੋਲ ਸਿਰਫ ਅਤੇ ਸਿਰਫ 14 ਦਿਨ ਰੱਖ ਸਕਦੀ ਹੈ, ਉਸ ਤੋਂ ਵੱਧ ਨਹੀਂ। ਲੋਕ ਸਭਾ ਇਹਨਾਂ ਸਿਫਾਰਸ਼ਾਂ ਨੂੰ ਮੰਨਣ ਲਈ ਪਾਬੰਦ ਨਹੀਂ। ਭਾਵ ਲੋਕ ਸਭਾ ਉਸ ਦੀਆਂ ਇਹਨਾਂ ਸਿਫਾਰਸ਼ਾਂ ਨੂੰ ਮੰਨੇ ਨਾ ਮੰਨੇ ਉਸ ਦੀ ਮਰਜ਼ੀ ਹੈ। ਜਿਸ ਤਰ੍ਹਾਂ ਲੋਕ ਸਭਾ ਨੇ ਬਜਟ ਨੂੰ ਪੇਸ਼ ਕੀਤਾ ਉਹ ਉਸੇ ਤਰ੍ਹਾਂ ਹੀ ਪਾਸ ਕਰ ਸਕਦੀ ਹੈ। ਜੇਕਰ ਰਾਜ ਸਭਾ 14 ਦਿਨਾਂ ਤੱਕ ਉਸ ਬਿੱਲ ਦੇ ਉੱਤੇ, ਵਿੱਤੀ ਬਿੱਲ ਬਜਟ ਦੇ ਉੱਤੇ ਕੋਈ ਕਾਰਵਾਈ ਨਹੀਂ ਕਰਦੀ, ਨਾ ਕੋਈ ਸਿਫਾਰਸ਼ਾਂ ਦਿੰਦੀ ਹੈ, ਨਾ ਕੋਈ ਉਸ ਦੇ ਵਿੱਚੋਂ ਘਾਟਾਂ ਕੱਢਦੀ ਹੈ, ਅਤੇ 14 ਦਿਨ ਆਪਣੇ ਕੋਲ ਰੱਖਦੀ ਹੈ ਅਤੇ 14 ਦਿਨਾਂ ਤੋਂ ਬਾਅਦ ਉਹ ਬਿੱਲ ਆਪਣੇ ਆਪ ਰਾਸ਼ਟਰਪਤੀ ਦੀ ਪ੍ਰਵਾਨਗੀ ਲਈ ਭੇਜ ਦਿੱਤਾ ਜਾਂਦਾ ਹੈ। ਰਾਸ਼ਟਰਪਤੀ ਨੂੰ ਬਿੱਲ 'ਤੇ ਪ੍ਰਵਾਨਗੀ ਦੇਣੀ ਹੀ ਪੈਂਦੀ ਹੈ। ਭਾਵ ਰਾਸ਼ਟਰਪਤੀ ਸਧਾਰਨ ਬਿੱਲ ਨੂੰ ਆਪਣੇ ਕੋਲ ਰੱਖ ਸਕਦਾ ਹੈ ਜਾਂ ਸਿਫਾਰਸ਼ਾਂ ਸਹਿਤ ਦੁਬਾਰਾ ਮੁੜ ਵਿਚਾਰਨ ਲਈ ਭੇਜ ਸਕਦਾ ਹੈ, ਪਰ ਵਿੱਤੀ ਬਿੱਲ ਹੁੰਦਾ ਹੈ ਉਹ ਜੋ ਸਾਡਾ ਬਜਟ ਹੁੰਦਾ ਹੈ ਇਸ ਨੂੰ ਮਾਨਤਾ ਦੇਣੀ ਹੀ ਪੈਂਦੀ ਹੈ। ਭਾਵ ਇਸ ਨੂੰ ਪ੍ਰਵਾਨਗੀ ਦੇਣੀ ਹੀ ਪੈਂਦੀ ਹੈ। ਰਾਸ਼ਟਰਪਤੀ ਇਸ ਨੂੰ ਸਿਫਾਰਸ਼ਾਂ ਸਹਿਤ ਵਾਪਸ ਨਹੀਂ ਭੇਜ ਸਕਦਾ, ਭਾਵ ਮੁੜ ਵਿਚਾਰਨ ਲਈ ਨਹੀਂ ਭੇਜ ਸਕਦਾ, ਕਿਉਂਕਿ ਜੋ ਬਜਟ ਹੁੰਦਾ ਹੈ ਉਹ ਰਾਸ਼ਟਰਪਤੀ ਦੀ ਅਗੇਤਰੀ ਪ੍ਰਵਾਨਗੀ ਦੁਆਰਾ ਹੀ ਲੋਕ ਸਭਾ ਦੇ ਵਿੱਚ ਪੇਸ਼ ਹੁੰਦਾ ਹੈ। ਤੁਹਾਡੇ ਸਧਾਰਨ ਬਿੱਲ ਹੁੰਦੇ ਹਨ ਉਹ ਲੋਕ ਸਭਾ ਜਾਂ ਰਾਜ ਸਭਾ ਕਿਸੇ ਵੀ ਸਦਨ ਵਿੱਚ ਪੇਸ਼ ਕੀਤੇ ਜਾ ਸਕਦੇ ਹਨ, ਪਰ ਜੋ ਵਿੱਤੀ ਬਿੱਲ ਹੁੰਦਾ ਉਹ ਇਕੱਲਾ ਅਤੇ ਇਕੱਲਾ ਲੋਕ ਸਭਾ ਵਿੱਚ ਹੁੰਦਾ ਗਾ ਅਤੇ ਰਾਸ਼ਟਰਪਤੀ ਦੀ ਅਗੇਤਰੀ ਪ੍ਰਵਾਨਗੀ ਦੁਆਰਾ ਹੁੰਦਾ ਹੈ। ਇਸ ਲਈ ਰਾਸ਼ਟਰਪਤੀ ਉਸ ਨੂੰ ਪ੍ਰਵਾਨਗੀ ਦੇਣੀ ਹੀ ਪੈਂਦੀ ਹੈ, ਕਿਉਂਕਿ ਉਸਨੇ ਇਸ ਦੀ ਅਗੇਤਰੀ ਪ੍ਰਵਾਨਗੀ ਵੀ ਦਿੱਤੀ ਹੁੰਦੀ ਹੈ। ਰਾਸ਼ਟਰਪਤੀ ਦੀ ਪ੍ਰਵਾਨਗੀ ਤੋਂ ਬਾਅਦ ਧਨ ਬਿੱਲ ਵਿੱਤੀ ਕਾਨੂੰਨ ਬਣ ਜਾਂਦਾ ਹੈ। ਭਾਵ ਉਹ ਇੱਕ ਕਾਨੂੰਨ ਦਾ ਰੂਪ ਧਾਰਨ ਕਰ ਲੈਂਦਾ ਹੈ। ਅੱਗੇ ਕੁਐਸਚਨ ਆਨਸਰ ਕਰਦੇ ਹਾਂ। ਮੰਨ ਲਓ ਭਾਰਤੀ ਲੋਕ ਸਭਾ ਨੇ ਇੱਕ ਵਿੱਤੀ ਬਿੱਲ ਪਾਸ ਕਰਕੇ ਰਾਜ ਸਭਾ ਕੋਲ ਭੇਜ ਦਿੱਤਾ ਹੈ, ਤਾਂ ਰਾਜ ਸਭਾ ਨੂੰ ਕਿੰਨੇ ਦਿਨਾਂ ਵਿੱਚ ਇਹ ਬਿੱਲ ਵਾਪਸ ਲੋਕ ਸਭਾ ਵਿੱਚ ਭੇਜਣਾ ਹੋਵੇਗਾ? ਕਿੰਨੇ ਦਿਨਾਂ ਵਿੱਚ? 14 ਦਿਨਾਂ ਵਿੱਚ। 14 ਦਿਨਾਂ ਵਿੱਚ ਵਾਪਸ ਭੇਜਣਾ ਹੋਵੇਗਾ। ਸਾਡੇ ਦੇਸ਼ ਵਿੱਚ ਸੰਸਦ ਦਾ ਉੱਪਰਲਾ ਸਦਨ ਰਾਜ ਸਭਾ ਹੁੰਦਾ ਹੈ। ਰਾਜ ਸਭਾ ਦਾ ਪ੍ਰਧਾਨ ਜਾਂ ਚੇਅਰਮੈਨ ਕੌਣ ਹੁੰਦਾ ਹੈ? ਸਾਡੇ ਦੇਸ਼ ਦਾ ਉਪ ਰਾਸ਼ਟਰਪਤੀ। ਜੋ ਸਾਡੇ ਦੇਸ਼ ਦਾ ਉਪ ਰਾਸ਼ਟਰਪਤੀ ਹੋਵੇਗਾ ਉਹ ਰਾਜ ਸਭਾ ਦਾ ਪ੍ਰਧਾਨ ਜਾਂ ਚੇਅਰਮੈਨ ਹੋਵੇਗਾ। ਜਿਸ ਤਰ੍ਹਾਂ ਲੋਕ ਸਭਾ ਦਾ ਸਪੀਕਰ ਹੁੰਦਾ ਹੈ, ਸਪੀਕਰ ਲੋਕ ਸਭਾ ਦੇ ਮੈਂਬਰਾਂ ਵਿੱਚੋਂ ਹੀ ਚੁਣਿਆ ਜਾਂਦਾ ਹੈ। ਅਗਲਾ ਕੁਐਸਚਨ,
ਸੰਦੀਪ ਸਿੰਘ ਅੰਤਰਰਾਸ਼ਟਰੀ ਪੱਧਰ ਦਾ ਖਿਡਾਰੀ ਹੈ। ਉਸ ਨੂੰ ਰਾਸ਼ਟਰਪਤੀ ਦੁਆਰਾ ਨਾਮਜ਼ਦ ਕੀਤਾ ਗਿਆ ਹੈ। ਉਹ ਕਿੰਨੇ ਸਾਲਾਂ ਤੱਕ ਰਾਜ ਸਭਾ ਦਾ ਮੈਂਬਰ ਰਹੇਗਾ? 6 ਸਾਲ ਤੱਕ। ਜੋ ਰਾਜ ਸਭਾ ਦਾ ਕਾਰਜਕਾਲ ਹੈ ਉਹ 6 ਸਾਲ। ਦੂਜੀ ਗੱਲ, ਜੋ ਕੋਈ ਖੇਡ ਆ ਗਈ, ਜਿਵੇਂ ਅੰਤਰਰਾਸ਼ਟਰੀ ਪੱਧਰ ਦਾ ਖਿਡਾਰੀ ਹੈ, ਜੋ ਖੇਡ ਹੈ ਉਹ ਇੱਕ ਕਲਾ ਹੈ, ਕਿਉਂਕਿ ਰਾਸ਼ਟਰਪਤੀ ਸਾਹਿਤ, ਲਿਟਰੇਚਰ, ਕਲਾ, ਆਰਟ ਜਾਂ ਸਮਾਜ ਸੇਵਾ, ਸੋਸ਼ਲ ਸਰਵਿਸ, ਇਹਨਾਂ ਖੇਤਰਾਂ ਦੇ ਵਿੱਚੋਂ 12 ਵਿਅਕਤੀਆਂ ਨੂੰ ਨਾਮਜ਼ਦ ਕਰਦਾ ਹੁੰਦਾ। ਤਾਂ ਜੋ ਸੰਦੀਪ ਸਿੰਘ ਆ ਉਹ ਅੰਤਰਰਾਸ਼ਟਰੀ ਪੱਧਰ ਦਾ ਖਿਡਾਰੀ ਹੈ। ਪਹਿਲੀ ਗੱਲ ਤਾਂ ਉਹ ਕਲਾ ਹੈ, ਕਲਾ ਦੇ ਕਰਕੇ ਉਹ ਰਾਜ ਸਭਾ ਵਿੱਚ ਚੁਣਿਆ ਗਿਆ। ਦੂਜਾ, ਉਸਦਾ ਜੋ ਕਾਰਜਕਾਲ ਹੁੰਦਾ ਰਾਜ ਸਭਾ ਦਾ ਉਹ 6 ਸਾਲ ਦਾ ਹੁੰਦਾ ਹੈ। ਭਾਰਤੀ ਸੰਸਦ ਜ਼ਿਆਦਾਤਰ ਫਰਵਰੀ ਮਾਰਚ ਮਹੀਨਿਆਂ ਵਿੱਚ ਬਜਟ ਪਾਸ ਕਰਦੀ ਹੈ। ਬਜਟ ਕਿਸ ਪ੍ਰਕਾਰ ਦਾ ਬਿੱਲ ਹੈ? ਜੋ ਬਜਟ ਹੈ ਉਹ ਵਿੱਤੀ ਬਿੱਲ ਹੈ। ਵਿੱਤੀ ਬਿੱਲ ਧਨ ਨਾਲ ਸੰਬੰਧਿਤ ਹੈ, ਵਿੱਤੀ ਬਿੱਲ ਹੈ। ਬਜਟ ਵਿੱਤੀ ਬਿੱਲ ਹੈ। ਅਗਲੇ ਕੁਐਸਚਨ, ਰਸੂਲਪੁਰ ਪਿੰਡ ਦੇ ਕਰਮ ਸਿੰਘ ਨੂੰ ਕੇਂਦਰੀ ਮੰਤਰੀ ਮੰਡਲ ਵਿੱਚ ਸ਼ਾਮਿਲ ਕਰਨ 'ਤੇ ਪਿੰਡ ਦੇ ਲੋਕਾਂ ਨੇ ਵਧਾਈਆਂ ਦਿੱਤੀਆਂ। ਸਾਰੇ ਪਿੰਡ ਵਿੱਚ ਜਸ਼ਨ ਦਾ ਮਾਹੌਲ ਹੈ। ਕਰਮ ਸਿੰਘ ਕਿਸ ਸ਼੍ਰੇਣੀ ਦਾ ਮੰਤਰੀ ਹੈ? ਜੋ ਕਰਮ ਸਿੰਘ ਹੈ ਉਹ ਕਿਸ ਸ਼੍ਰੇਣੀ ਦਾ ਮੰਤਰੀ ਹੈ? ਤਾਂ ਉਹ ਕੈਬਨਿਟ ਮੰਤਰੀ ਹੈ। ਕੈਬਨਿਟ ਮੰਤਰੀ ਸਭ ਤੋਂ ਅਹਿਮ ਹੁੰਦੇ ਨੇ। ਜੋ ਵੀ ਫੈਸਲੇ ਕਰਦੇ ਹਨ ਉਹ ਕੈਬਨਿਟ ਮੰਤਰੀ ਹੀ ਕਰਦੇ ਹਨ। ਨੂਰਪੁਰ ਬੇਦੀ ਦਾ ਇੱਕ ਵਿਅਕਤੀ ਲੋਕ ਸਭਾ ਦੀਆਂ ਚੋਣਾਂ ਲੜਨਾ ਚਾਹੁੰਦਾ ਹੈ। ਉਸ ਨੂੰ ਹੇਠ ਲਿਖਿਆਂ ਵਿੱਚੋਂ ਕਿਹੜੀਆਂ ਸ਼ਰਤਾਂ ਪੂਰੀਆਂ ਕਰਨੀਆਂ ਜ਼ਰੂਰੀ ਹਨ? ਨੰਬਰ 1, ਉਹ ਭਾਰਤ ਦਾ ਨਾਗਰਿਕ ਹੋਵੇ, ਉਸ ਦੀ ਉਮਰ 25 ਸਾਲ ਤੋਂ ਵੱਧ ਹੋਵੇ, ਉਹ ਸਰਕਾਰੀ ਅਹੁਦੇ 'ਤੇ ਨਾ ਲੱਗਾ ਹੋਵੇ। ਇਸ ਦਾ ਆਨਸਰ ਆਵੇਗਾ ਉਪਰੋਕਤ ਸਾਰੀਆਂ ਸ਼ਰਤਾਂ। ਉਸ ਨੂੰ ਸਾਰੀਆਂ ਹੀ ਸ਼ਰਤਾਂ ਪੂਰੀਆਂ ਕਰਨੀਆਂ ਪੈਣਗੀਆਂ, ਤਾਂ ਕਰਕੇ ਇਸ ਦਾ ਆਨਸਰ ਆਵੇਗਾ ਉਪਰੋਕਤ ਸਾਰੇ ਹੀ ਸ਼ਰਤਾਂ ਉਹ ਪੂਰੀਆਂ ਕਰੇਗਾ। ਇਸ ਤੋਂ ਅਗਲੇ ਕੁਐਸਚਨ, ਗੋਲਡੀ ਅਤੇ ਮਿੱਠੂ ਵਿੱਚ ਬਹਿਸ ਹੋ ਰਹੀ ਹੈ। ਲੋਕ ਸਭਾ ਦੇ ਮੈਂਬਰ ਵੱਧ ਤੋਂ ਵੱਧ ਕਿੰਨੇ ਹੋ ਸਕਦੇ ਹਨ? ਤੁਸੀਂ ਹੇਠ ਲਿਖਿਆਂ ਵਿੱਚੋਂ ਉਹਨਾਂ ਨੂੰ ਸਹੀ ਉੱਤਰ ਦੇ ਕੇ ਝਗੜਾ ਨਿਪਟਾਓ। 545। ਵਰਤਮਾਨ ਸਮੇਂ 545 ਮੈਂਬਰ ਹੋ ਸਕਦੇ ਨੇ, ਅਤੇ ਜਦੋਂ ਸੰਵਿਧਾਨ ਲਾਗੂ ਹੋਇਆ ਉਦੋਂ 550 ਮੈਂਬਰ ਹੋ ਸਕਦੇ ਸੀ। ਤਾਂ 31ਵੀਂ 31 ਕੌਂਸਟੀਟਿਊਸ਼ਨਲ ਅਮੈਂਡਮੈਂਟ ਹੋਈ ਸੀ, ਉਸ ਦੇ ਤਹਿਤ ਇਹ ਗਿਣਤੀ 550 ਤੋਂ 545 ਕੀਤੀ ਸੀ। ਲੋਕ ਸਭਾ ਵਿੱਚ ਵੱਖ-ਵੱਖ ਸੈਸ਼ਨਾਂ ਅਧੀਨ ਜੋ ਮੀਟਿੰਗਾਂ ਚੱਲਦੀਆਂ ਹਨ ਉਹਨਾਂ ਦੀ ਪ੍ਰਧਾਨਗੀ ਅਤੇ ਸੰਚਾਲਨ ਕੌਣ ਕਰਦਾ ਹੈ? ਸਪੀਕਰ ਕਰਦਾ ਹੈ। ਕੌਣ ਕਰਦਾ ਹੈ? ਸਪੀਕਰ ਕਰਦਾ ਹੈ। ਇਸ ਤਰ੍ਹਾਂ ਅਸੀਂ ਨੇ ਅੱਜ ਦੀ ਸਲਾਈਡ ਦੇ ਕੁਐਸਚਨ ਆਨਸਰ ਪੰਜਾਬੀ ਮੀਡੀਅਮ 'ਚ ਕੀਤੇ ਨੇ। ਅੱਗੇ ਅਸੀਂ ਇੰਗਲਿਸ਼ ਵਿੱਚ ਕਰਾਂਗੇ। Assuming the Indian Lok Sabha he passed a finance bill and sent it to the Rajya Sabha with how many days? Will the Rajya Sabha have to send the bill back to Lok Sabha? 14 days. 14 ਦਿਨਾਂ ਦੇ ਅੰਦਰ ਵਾਪਸ ਭੇਜੇਗਾ। In our country, the upper house of parliament is the Raj Sabha. Who is the president or chairman of Raj Sabha? ਰਾਜ ਸਭਾ ਦਾ ਪ੍ਰਧਾਨ ਜਾਂ ਚੇਅਰਮੈਨ ਕੌਣ ਹੁੰਦਾ? ਸਾਡੇ ਭਾਰਤ ਦਾ ਉਪ ਰਾਸ਼ਟਰਪਤੀ, ਵਾਈਸ ਪ੍ਰੈਜ਼ੀਡੈਂਟ ਹੋਵੇਗਾ। ਸੰਦੀਪ ਸਿੰਘ is an international player. He has been nominated by the president. How many years will be? 6 years. 6 ਸਾਲਾਂ ਲਈ। The Indian Parliament passes a budget mostly in the month of March. What kind of bill is it? Financial bill ਹੋਵੇਗਾ, ਵਿੱਤੀ ਬਿੱਲ ਹੋਵੇਗਾ। The people of village Tibba congratulated Karm Singh on his inclusion in the Union Cabinet. There is an atmosphere of celebration in the whole village. Karm Singh is a minister of which category? Cabinet minister. जो करम सिंह है वो कैबिनेट मिनिस्टर चुनिया गया, तो जो सब तो बड़ी अहम गल है कैबिनेट मिनिस्टर। 6वां क्वेश्चन, ए पर्सन फ्रॉम नूरपुर बेदी wants to contest
ਲੋਕ ਸਭਾ ਇਲੈਕਸ਼ਨ ਵਿਚ ਆਫ ਦਾ ਫੋਲੋਇੰਗ ਕੰਡੀਸ਼ਨਸ ਹੀ ਸ਼ੁੱਡ ਬੀ ਸਿਟੀਜ਼ਨ ਆਫ ਇੰਡੀਆ, ਇਹ ਵੀ ਕਰਨੀ ਪਵੇਗੀ। ਮਸਟ ਬੀ ਓਵਰ 25 ਈਅਰਸ ਆਫ ਏਜ, ਇਹ ਵੀ ਕਰਨਾ ਪਵੇਗਾ, 25 ਸਾਲ ਤੋਂ ਵੱਧ। ਹੀ ਮੇ ਨੋਟ ਹੈਵ ਹੈਲਡ ਏ ਗਵਰਨਮੈਂਟ ਪੋਸਟ, ਉਹ ਕਿਸੇ ਸਰਕਾਰੀ ਅਹੁਦੇ ਦਾ ਨਾ ਹੋਵੇ, ਇਹ ਵੀ ਕਰਨਾ ਪਵੇਗਾ। ਤਾਂ ਆਲ ਆਫ ਦਾ ਅਬਵ ਕੰਡੀਸ਼ਨਸ। ਅਭੈ ਐਂਡ ਮਿੱਠੂ ਆਰ debating how many Lok Sabha members there can be. Settle the dispute by giving them a correct answer. 545. Who preside over and conduct the meeting held in Lok Sabha under different sessions? ਸਪੀਕਰ ਕਰਦਾ ਗਾ ਲੋਕ ਸਭਾ ਦੀ ਪ੍ਰਧਾਨਗੀ। ਇਸ ਤਰ੍ਹਾਂ ਅਸੀਂ ਨੇ ਅੱਜ ਅੰਗਰੇਜ਼ੀ ਅਤੇ ਪੰਜਾਬੀ ਮਾਧਿਅਮ ਰਾਹੀਂ ਕੰਮ ਕੀਤਾ। ਜੇਕਰ ਵੀਡੀਓ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਸ਼ੇਅਰ ਕਰੋ। ਧੰਨਵਾਦ।